वाहिगुरू जी का खालसा वाहिगुरू जी की फतेह। ਚਾਰਾਂ ਹੀ ਨੁਕਤੇ ਬੜੇ ਇੰਪੋਰਟੈਂਟ ਨੇ। ਮੈਂ ਪ੍ਰਾਇਮਰੀ ਗੱਲ ਕਰਾਂਗਾ ਪੰਜਾਬ ਤੋਂ ਬਾਅਦ ਜਿਹੜਾ ਦਿੱਲੀ ਸਿੱਖ ਵਸਦਾ ਹੈ ਉਹ, ਅਤੇ ਜਿਹੜਾ ਇੰਡੀਅਨ ਡਾਇਸਪੋਰਾ ਦਾ ਸਿੱਖ ਹੈਗਾ ਉਹਨਾਂ ਤੋਂ ਰਿਲੇਟਡ। ਇਸ ਵੇਲੇ ਜਿੰਨਾ ਕੁ ਮੇਰਾ ਪਰਸਨਲ ਵਿਵਹਾਰ ਰਿਹਾ ਹੈਲਥ ਨੂੰ ਲੈ ਕੇ, ਅਤੇ ਜੋ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਜਦੋਂ ਬੇਟੇ ਨੂੰ ਅਸਥਮਾ ਹੋਇਆ ਆਯੁਰਵੈਦਿਕ ਵੀ ਕਰਾਇਆ, ਹੋਮਿਓਪੈਥਿਕ ਵੀ ਕਰਾਇਆ, ਐਲੋਪੈਥੀ ਵੀ ਕਰਾਇਆ, ਅਤੇ ਚੀਜ਼ਾਂ ਸਮਝ ਆਈਆਂ ਕਿ ਜਿਹੜਾ ਰੂਟ ਕਾਜ਼ ਹੈ ਉਹ ਸਾਡਾ ਖਾਣਾ ਹੈਗਾ, ਅਤੇ ਜਿਹੜਾ ਖਾਣਾ ਚੇਂਜ ਹੋਇਆ ਉਹ ਵੈਸਟ ਨੇ ਚੇਂਜ ਕੀਤਾ। ਜਦੋਂ ਖਾਣਾ ਵੈਸਟ ਨੇ ਚੇਂਜ ਕੀਤਾ ਤਾਂ ਉਹਦੇ ਰੂਟ ਕਾਜ਼ ਦੇ ਫਾਲ ਆਊਟ ਹੁਣ ਸਾਨੂੰ ਪ੍ਰਾਇਮਰਲੀ ਜਦੋਂ ਕਾਰਪੋਰੇਟ ਵਰਲਡ ਨੇ ਉਹਨੂੰ ਹੋਰ ਮਿਸਯੂਜ਼ ਕੀਤਾ ਕੈਮੀਕਲ ਪ੍ਰੋਸੈਸਿੰਗ ਦੇ ਥਰੂ, ਅਤੇ ਉਹ ਹੁਣ ਫਾਲ ਆਊਟਸ ਹੋ ਰਹੇ ਨੇ, ਸਾਡੀ ਬਿਮਾਰੀਆਂ ਆ ਰਹੀਆਂ ਨੇ। ਅਤੇ ਉਸ ਬਿਮਾਰੀਆਂ ਕਰਕੇ ਮੇਜੋਰਿਟੀ ਕਮਿਊਨਿਟੀ, ਖਾਸ ਕਰ ਜਿਹੜਾ ਸ਼ਹਿਰੀ ਕਲਾਸ ਹੈ ਉਹ ਇਸ ਵੇਲੇ ਬਹੁਤ ਤੰਗ ਹੈ, ਅਤੇ ਉਹਦਾ ਬਹੁਤ ਜ਼ਿਆਦਾ ਪੈਸਾ, ਹੋਰ ਉਹਦੀ ਬਹੁਤ ਜ਼ਿਆਦਾ ਜਿਹੜੀ ਐਨਰਜੀ ਹੈ ਉਹ ਆਪਣੇ ਆਪ ਨੂੰ ਠੀਕ ਕਰਨ 'ਚ ਲੱਗੀ ਹੈ, ਜੋ ਹੋ ਨਹੀਂ ਪਾ ਰਿਹਾ। ਅਤੇ ਜਦੋਂ ਇਸ ਪ੍ਰੋਸੈਸ ਵਿੱਚ ਸਾਊਥ ਇੰਡੀਆ ਦੇ ਲੋਕਾਂ ਨਾਲ ਨੇੜਤਾ ਵਧੀ, ਅਤੇ ਉੱਥੋਂ ਸਮਝ ਆਇਆ ਕਿ ਚੇਂਜ ਦਾ ਰੂਟ ਕਾਜ਼ ਐਂਡ ਗੋ ਬੈਕ ਟੂ ਬੇਸਿਕਸ। ਅਤੇ ਜਦੋਂ ਅਸੀਂ ਖਾਣਾ ਚੇਂਜ ਕੀਤਾ, ਮਾਰਕੀਟ ਦੀ ਫੂਡ ਬੰਦ ਕਰ ਦਿੱਤੇ, ਅਤੇ ਹੁਣ ਪਾਤਸ਼ਾਹ ਦੀ ਕਿਰਪਾ ਨਾਲ ਬੇਟਾ ਠੀਕ ਹੈ, ਅਤੇ ਸਾਨੂੰ ਸਮਝ ਆ ਗਿਆ ਕਿ ਸਾਨੂੰ ਕਰਨਾ ਕੀ ਹੈ। ਅਤੇ ਅਜੇ ਵੀ ਹੋਰ ਕੰਮ ਕਰਨ ਦੀ ਲੋੜ ਹੈ, ਅਤੇ ਮੈਂ ਅਜੇ ਉਸ ਫੀਲਡ 'ਚ ਕੰਮ ਕਰ ਰਿਹਾ, ਬਟ ਉਸ ਚੀਜ਼ ਦੇ ਪ੍ਰੋਸੈਸ ਨਾਲ, ਹੋਰ ਸਿੱਖੀ ਨਾਲ, ਭਾਈ ਸਾਹਿਬ ਵਾਲਾ ਸਾਰੇ ਨਾਲ ਸੰਪਰਕ ਹੋਣ ਨਾਲ ਇੱਕ ਗੱਲ ਸਮਝ ਆ ਗਈ ਕਿ ਸਾਡਾ ਜਿਹੜਾ ਰੂਟ ਕਾਜ਼ ਹੈ ਉਹ ਪ੍ਰਾਇਮਰਲੀ ਵੈਸਟ ਐਜੂਕੇਸ਼ਨ ਦਾ ਮਾਡਲ ਹੈ ਜਿਹੜਾ ਮੈਕਲੋਡ ਨੇ ਦਿੱਤਾ ਆਫਟਰ 1849, ਅਤੇ ਉਸ ਨੇ ਸਾਡੀ ਥਿੰਕਿੰਗ ਪ੍ਰੋਸੈਸ, ਸਾਡੀ ਲੌਜੀਕਲ ਹੋਣਾ, ਹਰ ਗੱਲ 'ਚ ਸਾਇੰਸ ਨੂੰ ਲੈ ਕੇ ਆਉਣਾ। ਮੈਂ ਕੌਨਵੈਂਟ ਐਜੂਕੇਟਡ ਹਾਂ, ਅਤੇ ਕਾਰਪੋਰੇਟ 'ਚ 14 ਸਾਲ ਨੌਕਰੀ ਕੀਤੀ ਹੈ, ਅਤੇ ਉਹਨਾਂ ਸਾਰਾ ਵਰਤਾਰੇ ਨੂੰ ਦੇਖ ਕੇ ਇਹ ਦੇਖ ਰਹੇ ਕਿ ਉੱਥੇ ਜਿਹੜੀ ਦੌੜ ਹੈ ਉਹ ਸੁਪਰੀਮੇਸੀ ਦੀ ਹੈ, ਪੈਸੇ ਦੀ ਹੈ, ਅਤੇ ਦੌੜ ਹੈਗੀ ਪਾਵਰ ਦੀ। ਇਹ ਤਿੰਨੋਂ ਚੀਜ਼ਾਂ ਕੰਮ ਕਰ ਰਹੀਆਂ ਨੇ ਕਾਰਪੋਰੇਟ ਵਰਲਡ 'ਚ। ਔਰ ਹਰ ਬੰਦਾ ਚਾਹੁੰਦਾ ਕਿ ਮੈਂ ਪ੍ਰਮੋਟ ਹੋਵਾਂ, ਮੈਨੂੰ ਸੁਪਰੀਮੇਸੀ ਮਿਲੇ, ਮੈਨੂੰ ਪੈਸਾ ਮਿਲੇ, ਅਤੇ ਮੈਨੂੰ ਪਾਵਰ ਮਿਲੇ। ਹੋਰ ਸੇਮ ਚੀਜ਼ ਇਸ ਵੇਲੇ ਸਾਡੇ ਪੰਥਕ ਸਰਕਲਸ ਵਿੱਚ, ਸਾਡੀ ਪੋਲੀਟਿਕਸ ਵਿੱਚ, ਜਾਂ ਸਾਡੇ ਰਿਲੀਜੀਅਸ ਕੰਮਾਂ ਵਿੱਚ ਆ ਚੁੱਕੀ ਹੈ। ਅਤੇ ਜਦੋਂ ਅਸੀਂ ਵਾਪਸ ਮੁੜੇ ਹਾਂ, ਅਤੇ ਫਿਰ ਇਸ ਪਾਸੇ ਵੀ ਮੁੜਨ ਦੀ ਕੋਸ਼ਿਸ਼ ਹੈ। ਅਕਾਲ ਤਖਤ ਸਾਹਿਬ ਦੀ ਆਜ਼ਾਦੀ ਹੋਰ ਖੁਦਮੁਖਤਿਆਰੀ ਨਾਲ ਇੱਕ ਚੀਜ਼ 'ਤੇ ਕਲੀਅਰ ਹੋ ਜਾਏਗੀ ਕਿ ਤੁਸੀਂ ਇੱਕ ਪੈਰਲਲ ਪਾਵਰ ਸੈਂਟਰ ਵਾਪਸ ਬਣ ਜਾਓਗੇ। ਅਗਰ ਤੁਸੀਂ ਪੰਜਾਬ ਪੋਲੀਟਿਕਸ ਵਿੱਚ ਪਾਰਟਨਰਸ਼ਿਪ 'ਚ ਨਹੀਂ ਵੀ ਹੋ, ਜਾਂ ਇੰਡੀਅਨ ਵਿੱਚ ਤੁਹਾਡੀ ਕੋਈ ਵੁਕਤ ਨਹੀਂ ਵੀ ਹੈ, ਪਰ ਤੁਸੀਂ ਇੱਕ ਪਾਵਰ ਸੈਂਟਰ ਬਣ ਜਾਓਗੇ, ਕਿਉਂਕਿ ਤੁਸੀਂ ਫਿਰ ਆਪਣੇ ਸੋਵਰਨ ਹਿਸਾਬ ਨਾਲ ਆਪਣੇ ਕੰਮ ਕਰੋਗੇ। ਇਹ ਚੀਜ਼ ਬਹੁਤ ਕਲੈਰਿਟੀ ਹੈ, ਅਤੇ ਇਸ ਮੈਸੇਜ ਨੂੰ ਮੇਰੀ ਇਹ ਬੇਨਤੀ ਹੈ ਕਿ ਸਾਨੂੰ ਐਜ਼ ਅ ਟੀਮ, ਮਤਲਬ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਸਾਰਾ ਕੁਝ ਕਰਨਾ ਚਾਹ ਰਹੇ ਹਾਂ, ਅਤੇ ਉਸ ਨਾਲ ਰਿਜ਼ਲਟਸ ਨਹੀਂ ਆਉਣਗੇ, ਸਾਨੂੰ ਫੋਕਸ ਹੋ ਕੇ ਕੰਮ ਕਰਨਾ ਪਏਗਾ। ਅਤੇ ਆਪਣੇ ਚੀਜ਼ਾਂ ਨੂੰ ਲੈ ਕੇ ਥਰੂ ਸੋਸ਼ਲ ਮੀਡੀਆ, ਜਿਵੇਂ ਮੈਂ ਇੱਕ ਐਗਜ਼ਾਮਪਲ ਹੈ ਜੋ ਮੈਂ ਕਹਿਣਾ ਚਾਹਾਂਗਾ, ਜਿਹੜੀ ਗੱਲ ਮੰਨ ਲਓ ਭਾਈ ਮਨਤੀਰ ਸਿੰਘ ਜੀ, ਜਾਂ ਭਾਈ ਦਲਜੀਤ ਸਿੰਘ ਜੀ, ਜਾਂ ਡਾਕਟਰ ਸੇਵਕ ਸਿੰਘ ਜੀ, ਡਾਕਟਰ ਗੁਰਪ੍ਰੀਤ ਸਿੰਘ ਜੀ ਬੈਠੇ ਨੇ, ਇਹ ਜਦੋਂ ਸੋਸ਼ਲ ਮੀਡੀਆ 'ਚ ਬੋਲਦੇ ਨੇ, ਅਤੇ ਹੋਰ ਬੰਦਿਆਂ ਨੂੰ ਅੱਗੇ ਆ ਕੇ ਉਸ ਚੀਜ਼ ਨੂੰ ਵਾਊਚ ਕਰਕੇ ਆਪਣੀ ਛੋਟੇ ਕਲਿੱਪਸ ਇੰਸਟਾਗ੍ਰਾਮ ਦੇ ਥਰੂ ਫਲੋਟ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਤੁਹਾਡੇ ਮਲਟੀਪਲ ਮੈਸੇਜਿਸ ਜਾਣਗੇ ਤਾਂ ਇੱਕ ਇੰਪੈਕਟ ਪੈਂਦਾ ਹੈ। ਨੋਰਮਲੀ ਹੁਣ ਕੀ ਹੋ ਰਿਹਾ ਹੈ ਕਿ ਜੇ ਮੰਨ ਲਓ ਮੈਂ ਖਾਲਿਸਤਾਨ ਦੀ ਗੱਲ ਕਰਨਾ, ਤਾਂ ਇੱਕ ਟੈਗਿੰਗ ਹੋ ਚੁੱਕੀ ਹੈ ਕਿ ਇਹ ਖਾਲਿਸਤਾਨੀ ਹੈ, ਪਰ ਜਦੋਂ ਮਲਟੀਪਲ ਲੋਕ ਉਸ ਚੀਜ਼ ਨੂੰ ਵਾਊਚ ਕਰਨਗੇ ਤਾਂ ਇੱਕ ਫਲੋਟਿੰਗ ਹੋਏਗੀ, ਬੰਦਾ ਇੱਕ ਵਾਰ ਸੋਚੇਗਾ ਜ਼ਰੂਰ ਕਿ ਕੀ ਚੀਜ਼ ਜਾ ਰਹੀ ਹੈ। ਅਤੇ ਤੁਸੀਂ ਮਾਰਕੀਟਿੰਗ ਦੀ ਵੀ ਸਟ੍ਰੈਟਜੀ ਦੇਖੋ, ਨੌਕ ਕਰਦੇ ਨੇ ਅਲੱਗ-ਅਲੱਗ ਤਰੀਕੇ ਨਾਲ, ਇੱਕ ਐਡ ਪਾਏਗਾ, ਫਿਰ ਦੂਜਾ ਐਡ ਪਾਏਗਾ, ਕਦੀ ਉਹ ਅਕਸ਼ੇ ਕੁਮਾਰ ਨੂੰ ਲੈ ਆਉਂਦੇ ਨੇ, ਕਦੀ ਕਿਸੇ ਨੂੰ ਲੈ ਆਉਂਦੇ ਨੇ, ਅਤੇ ਉਹ ਵੀ ਆਪਣੀ ਸਟ੍ਰੈਟਜੀ ਉਸ ਹਿਸਾਬ ਨਾਲ ਉਹ ਕਰ ਰਹੇ ਨੇ। ਅਤੇ ਅਕਾਲ ਤਖਤ ਸਾਹਿਬ ਦੀ ਸੋਵਰੈਨਿਟੀ, ਅਕਾਲੀ ਜਥਿਆਂ ਦਾ ਪ੍ਰਬੰਧ, ਇਹ ਸਾਨੂੰ ਫਲੋਟ ਕਰਨਾ ਚਾਹੀਦਾ, ਹੋਰ ਚੰਗੇ ਲੈਵਲ 'ਚ ਕਰਨਾ ਚਾਹੀਦਾ। ਜਿੱਥੋਂ ਤੱਕ ਆਪਾਂ ਡਿਸਕਸ਼ਨਸ ਕਰਦੇ ਆ ਰਹੇ ਹਾਂ, ਜੋ ਹੁਣ ਹਾਲਾਤ ਬਣ ਰਹੇ ਨੇ, ਅਸੀਂ ਸੋਚ ਰਹੇ ਸੀ ਕਿ SGPC ਇਲੈਕਸ਼ਨ 2022 ਵਿੱਚ ਹੋ ਜਾਏਗੀ, ਪਰ ਹੁਣ 2024 'ਚ ਉਹਨਾਂ ਦੀ ਇਲੈਕਸ਼ਨਸ ਆਪਣੀਆਂ ਆ ਰਹੀਆਂ ਨੇ, ਅਤੇ ਮੈਨੂੰ ਪਰਸਨਲੀ ਨਹੀਂ ਲੱਗਦਾ ਕਿ SGPC ਦੀ ਇਲੈਕਸ਼ਨਸ ਅਗਲੇ 1 ਸਾਲ ਜਾਂ 1.5 ਸਾਲ 'ਚ ਹੋਣਗੀਆਂ। ਮੈਂ ਗਲਤ ਵੀ ਹੋ ਸਕਦਾ, ਪਰ ਮੈਨੂੰ ਪਰਸਨਲੀ ਨਹੀਂ ਲੱਗਦਾ। ਅਤੇ ਸਾਨੂੰ ਫੋਕਸ ਮੇਰੇ ਹਿਸਾਬ ਨਾਲ ਅਕਾਲ ਤਖਤ ਸਾਹਿਬ ਵਾਲਾ ਜਿਹੜਾ ਸਿਸਟਮ ਹੈ ਪ੍ਰਬੰਧ, ਉਹ ਕੀ ਹੋਣਾ ਚਾਹੀਦਾ, ਕਿਵੇਂ ਦਾ ਸੀ, ਅਤੇ ਉਸ ਵਿੱਚ ਅਸੀਂ ਜਿਹੜਾ ਵਰਲਡ ਡਾਇਸਪੋਰਾ ਹੈਗਾ, ਕਿਉਂਕਿ ਸਿੱਖ ਇਸ ਵੇਲੇ ਹਰ ਜਗ੍ਹਾ ਬੈਠਾ ਹੈ, ਉੱਥੇ ਅਸੀਂ ਕਰ ਸਕਦੇ ਹਾਂ। ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਜੋ ਚੰਗੀਆਂ ਕੰਮ ਕਰ ਰਹੀਆਂ ਨੇ, ਅਸੀਂ ਉਹਨਾਂ ਨੂੰ ਬੁਲਾ ਕੇ ਵੀ ਇੱਕ ਮੀਟਿੰਗਸ ਕਰ ਸਕਦੇ ਹਾਂ, ਜਾਂ ਆਨਲਾਈਨ ਸੈਸ਼ਨਸ ਕਰ ਸਕਦੇ ਹਾਂ, ਤਾਂ ਕਿ
ਉਹਨਾਂ ਨੂੰ ਵੀ ਅਸੀਂ ਕਲੀਅਰ ਪਿਕਚਰ ਦੇ ਸਕੀਏ ਕਿ ਇਹ ਪ੍ਰਬੰਧ ਸੀਗਾ ਤੇ ਆਪਾਂ ਇਸ ਉੱਪਰ ਕੰਮ ਕਰੀਏ। ਕਿਉਂਕਿ ਜਦ ਤੱਕ ਅਸੀਂ ਆਪ ਸੰਵਾਦ ਨਹੀਂ ਕਰਾਂਗੇ, ਹੁਣ ਮੈਨੂੰ ਵੀ ਨਹੀਂ ਪਤਾ ਸੀਗਾ ਬਹੁਤ ਚੀਜ਼ਾਂ, ਜਦੋਂ ਮੈਂ ਤੁਹਾਡੇ ਵਰਗੇ ਸਿੰਘਾਂ ਨਾਲ ਬੈਠ ਰਿਹਾ ਤੇ ਮੇਰੀ ਐਜੂਕੇਸ਼ਨ ਹੋ ਰਹੀ ਹੈ ਤੇ ਮੈਨੂੰ ਸਮਝ ਆ ਰਿਹਾ ਤੇ ਇਹ ਕਰਨ ਦੀ ਲੋੜ ਹੈ। ਖਾਲਸਾ ਏਡ ਹੈਗਾ, ਯੂਨਾਈਟਿਡ ਸਿੱਖਸ ਹੈਗੇ ਨੇ, ਬੇਸ਼ੱਕ ਇਹ ਵੈਸਟਰਨ ਮਾਡਰਨ ਦੇ ਐਜੂਕੇਸ਼ਨ ਸਿਸਟਮ ਤੋਂ ਆਏ ਨੇ, ਬਟ ਇਹਨਾਂ ਵਿੱਚ ਵੀ ਚੰਗੀ ਰੂਹਾਂ ਬੈਠੀਆਂ ਨੇ ਜੋ ਇਸ ਮੈਸੇਜਸ ਨੂੰ ਫਲੋਟ ਕਰਨਗੇ ਤੇ ਉਹਨਾਂ ਦੇ ਕਹਿਣ ਨਾਲ ਇੱਕ ਵੱਡੇ ਲੈਵਲ ਵਿੱਚ ਇੰਪੈਕਟ ਜਾਂਦਾ ਹੈਗਾ ਜੇ ਉਹ ਕੋਈ ਗੱਲ ਕਰ ਦੇਣ। ਆਦਰਸ਼ ਗੁਰਦੁਆਰਾ ਪ੍ਰਬੰਧ ਦਾ ਸਿਸਟਮ ਹੈਗਾ, ਇਹ ਸਾਨੂੰ ਡੀਸੈਂਟਰਲਾਈਜ਼ ਕਰਨਾ ਪਵੇਗਾ। ਅਸੀਂ ਦਿੱਲੀ ਸ਼ੁਰੂਆਤ ਕੀਤੀ ਹੈ, ਭਾਈ ਸਾਹਿਬ ਨਾਲ ਸਪੋਰਟ ਲਿਆ ਹੈਗਾ, ਵੀਰ ਸਹਾਰਨਪੁਰ ਬੈਠੇ ਨੇ, ਇਹ ਵੀ ਉੱਥੇ ਨੇ। ਸਾਨੂੰ ਖਾਸ ਕਰ ਇੰਡੀਅਨ ਡਾਇਸਪੋਰਾ 'ਚ ਇਹ ਕੰਮ ਸ਼ੁਰੂ ਕਰਨਾ ਪਏਗਾ ਕਿ ਆਪਾਂ ਆਪਣਾ ਸਿਸਟਮ ਲੈ ਕੇ ਆਈਏ। ਕੁਝ ਮੇਰੇ ਕੋਲ ਕਰੰਟ ਐਗਜ਼ਾਮਪਲਸ ਹੈਗੇ ਨੇ ਕਿ ਉਹ ਸਿਲੈਕਸ਼ਨ ਮੋਡ 'ਚ ਆ ਗਏ ਨੇ ਪਰ ਉਹ ਗੁਰਮਤਿ ਸਿਸਟਮ 'ਚ ਨਹੀਂ ਆਏ। ਸੂਰਿਆ ਨਗਰ ਇੱਕ ਗੁਰਦੁਆਰਾ ਹੈ ਗਾਜ਼ੀਆਬਾਦ, ਉੱਥੇ ਇਲੈਕਸ਼ਨ ਨਹੀਂ ਹੁੰਦੀ। ਉਹ ਹਰ ਵਿਸਾਖੀ ਵਿੱਚ ਜਾਂ ਹਰ 2 ਸਾਲ ਬਾਅਦ 5 ਬੰਦੇ ਜਾਂ 11 ਬੰਦੇ ਚੁਣਦੇ ਨੇ, ਅਰਦਾਸ ਕਰਦੇ ਨੇ ਤੇ ਉਹ 11 ਬੰਦੇ ਸੇਵਾ ਕਰਦੇ ਨੇ 2 ਸਾਲ ਵਾਸਤੇ। ਮੋਤੀ ਨਗਰ ਜਿੱਥੇ ਮੈਂ ਇਸ ਵੇਲੇ ਰਹਿ ਰਿਹਾ, ਇੱਥੇ ਅਸੀਂ ਜਿਹੜਾ ਤੁਹਾਡੇ ਵਰਗਾ ਇੱਕ ਵੀਰ ਸੀਗਾ, ਉਸਨੇ ਅੱਛਾ ਕੰਮ ਕੀਤਾ ਸੀਗਾ, ਉਹਨੂੰ ਇਲੈਕਸ਼ਨ ਲੜਵਾਈ, ਅੱਜ ਤੋਂ 8-9 ਸਾਲ ਪਹਿਲਾਂ ਦੀ ਗੱਲ ਹੈ। ਫਸਟ ਇਲੈਕਸ਼ਨ ਉਹ ਹਾਰਿਆ, ਪਰ ਉਸ ਨਾਲ ਇਹ ਹੋਇਆ ਕਿ ਜਿਹੜਾ ਐਗਜ਼ਿਸਟਿੰਗ ਪੋਲੀਟੀਕਲ ਧਿਰ ਸੀ ਜਿਹੜੀ ਕਰਪਟ ਸੀਗੀ, ਉਹਨੂੰ ਪ੍ਰੈਸ਼ਰ ਪੈ ਗਿਆ। ਸੈਕੰਡ ਇਲੈਕਸ਼ਨ ਉਹ ਜਿੱਤਿਆ, ਜਦੋਂ ਉਹ ਆਇਆ ਉਸਨੇ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਥਰਡ ਇਲੈਕਸ਼ਨ ਉਹ ਜਿੱਤਿਆ। ਉਹਨੇ ਕਹਿਤਾ ਸੀਗਾ ਥਰਡ ਇਲੈਕਸ਼ਨ ਤੋਂ ਬਾਅਦ ਕਿ ਮੈਂ ਹੁਣ ਇਲੈਕਸ਼ਨ ਨਹੀਂ ਲੜਾਂਗਾ, ਤੇ ਉਹਦਾ ਫਾਇਦਾ ਇਹ ਹੋਇਆ ਕਿ ਕੰਮ ਕਰਨ ਨਾਲ, ਸਟੇਬਲਾਈਜ਼ ਕਰਨ ਨਾਲ ਚੀਜ਼ਾਂ, ਹੁਣ ਉੱਥੇ ਇਲੈਕਸ਼ਨ ਨਹੀਂ ਹੋ ਰਹੀ, ਹੁਣ ਨਵੇਂ ਬੰਦੇ ਆਏ ਨੇ ਪਰ ਵਿਦਆਊਟ ਇਲੈਕਸ਼ਨ ਆਏ ਨੇ। ਸੋ ਵੀ ਆਰ ਦੇਅਰ ਵਨ ਸਟੈਪ। ਸੈਕੰਡ ਸਟੈਪ ਸਾਡਾ ਇਹ ਹੋ ਸਕਦਾ ਹੈ ਕਿ ਉਸ ਸਿਲੈਕਸ਼ਨ ਵਾਲੇ ਮੋਡ ਨੂੰ ਗੁਰੂ ਪੰਥ ਦਾ ਕੀ ਸਿਸਟਮ ਸੀਗਾ ਉਸ ਵਿੱਚ ਲੈ ਕੇ ਆਈਏ ਤਾਂ ਕਿ ਹੋਰ ਵਧੀਆ ਬੰਦੇ ਆਉਣ, ਤੇ ਇਸ ਤਰੀਕੇ ਦੀ ਚੀਜ਼ਾਂ ਵੀ ਸਾਨੂੰ ਫਲੋਟ ਕਰਨ ਦੀ ਲੋੜ ਹੈ। ਔਰ ਇਹ ਚੀਜ਼ਾਂ ਡਾਇਸਪੋਰਾ ਵਿੱਚ ਬਹੁਤ ਇੰਪੋਰਟੈਂਟ ਨੇ, ਕਿਉਂਕਿ ਜਿਹੜਾ ਡਾਇਸਪੋਰਾ ਦਾ ਨੌਜਵਾਨ ਹੈ ਉਹ ਇਸ ਵੇਲੇ ਅੱਕਿਆ ਪਿਆ ਹੈ, ਉਹ ਪਰੇਸ਼ਾਨ ਹੈਗਾ ਸਿਸਟਮਸ ਤੋਂ, ਉਹ ਪਰੇਸ਼ਾਨ ਹੈਗਾ ਹੈ ਜਿਹੜੀ ਫੈਮਿਲੀ ਦੇ ਬੰਦਿਆਂ ਨੂੰ ਅੱਗੇ ਲੈ ਕੇ ਆ ਰਹੇ ਨੇ, ਕਿਉਂਕਿ ਉਸ ਨਾਲ ਕੰਮ ਨਹੀਂ ਹੋ ਰਿਹਾ। ਪਰ ਉਹਨਾਂ ਵੱਲ ਅਸੀਂ ਰੀਚ ਆਊਟ ਨਹੀਂ ਕਰ ਪਾ ਰਹੇ। ਆਪਾਂ ਗੱਲ ਕਰ ਰਹੇ ਸੀ ਉਹਦੀ ਕੋਆਰਡੀਨੇਸ਼ਨ ਕਰਨ ਦੀ ਲੋੜ ਹੈ, 2 ਕੋਆਰਡੀਨੇਸ਼ਨਸ। ਇੱਕ ਜਿਹੜੇ ਇਹ ਸਾਡੇ ਵਰਗੇ ਐਕਟਿਵਿਜ਼ਮ ਵਾਲੇ ਸਿੱਖ ਨੇ, ਇਹਨਾਂ ਦੀ ਕੋਆਰਡੀਨੇਸ਼ਨ ਡਾਇਸਪੋਰਾ ਵਾਲੇ ਸਿੱਖ ਨਾਲ, ਤੇ ਬਾਕੀ ਜਿਹੜੇ 13 ਨੇ ਉਹਦੀ ਗੱਲਬਾਤ ਅਸੀਂ ਪਿੱਛੇ ਵੀ ਕਰ ਚੁੱਕੇ ਹਾਂ, ਆਲਰੇਡੀ ਇਨ ਪ੍ਰੋਸੈਸ ਹੈਗਾ। ਜਿਵੇਂ ਦਲਿਤ ਹੈਗੇ ਨੇ ਜਾਂ ਕਹਿ ਲਓ ਆਪਣਾ ਨਾਗੇ ਹੈਗੇ ਨੇ ਜਾਂ ਕਸ਼ਮੀਰੀ ਨੇ, ਤਮਿਲ ਨੇ, ਉਹਨਾਂ ਨਾਲ ਵੀ ਚੱਲ ਰਹੀ ਹੈ ਜੋ ਸਾਨੂੰ ਜੀਓਗ੍ਰਾਫਿਕਲੀ ਅੱਗੇ ਹੈਲਪ ਕਰ ਸਕਦੀ ਜਦੋਂ ਸਮਾਂ ਆਏਗਾ। ਇੱਕ ਇਹ ਬੇਨਤੀ ਸੀਗੀ। ਤੇ ਉਸ ਤੋਂ ਬਾਅਦ ਇਹ ਸੀਗਾ ਕਿ ਜਿਹੜਾ ਪੰਜਾਬ ਪੋਲੀਟਿਕਸ ਹੈਗਾ ਉਸ ਵਿੱਚ ਪ੍ਰਾਈਮਰੀਲੀ ਸਾਡੇ ਵਰਗੇ ਬੰਦੇ ਆਪਣੀ ਰਾਏ ਦੇ ਸਕਦੇ ਹਾਂ, ਬਟ ਵੀ ਕਾਂਟ ਡੂ ਮੱਚ ਬਿਕੋਜ਼ ਵੀ ਆਰ ਨਾਟ ਇਨ ਪੰਜਾਬ। ਤੇ ਉਹ ਫਿਰ ਪੰਜਾਬ ਵਾਲੇ ਬੰਦਿਆਂ ਨੂੰ ਹੀ ਫੋਕਸ ਕਰਨਾ ਚਾਹੀਦਾ, ਕਿਉਂਕਿ ਉਸ 'ਚ ਸਾਡਾ ਕੋਈ ਰੋਲ ਨਹੀਂ ਹੈਗਾ ਜਦ ਤੱਕ ਅਸੀਂ ਪੰਜਾਬ ਵਾਪਸ ਨਾ ਮੁੜੀਏ। ਤੇ ਡਾਇਸਪੋਰਾ ਦੇ ਸਿੱਖ ਨੂੰ ਪ੍ਰਾਈਮਰੀਲੀ ਜਦੋਂ ਤੋਂ 47 ਤੋਂ ਲੈ ਕੇ 84 ਤੱਕ ਮਤਲਬ ਸੀਗਾ, ਪਰ ਜਦੋਂ 84 ਤੋਂ ਬਾਅਦ ਜਨਰੇਸ਼ਨਸ ਆਪਣੇ ਆਪ ਨੂੰ ਸੈਟਲ ਕਰ ਗਈਆਂ, ਉਹਨਾਂ ਨੂੰ ਹੁਣ ਬਹੁਤ ਜ਼ਿਆਦਾ ਵਾਹ ਵਾਸਤਾ ਪੰਜਾਬ ਨਾਲ ਨਹੀਂ ਹੈਗਾ। ਥੋੜ੍ਹਾ ਬਹੁਤ ਹੈਗਾ ਜਦੋਂ ਗੁਰੂ ਪਾਤਸ਼ਾਹ ਦੇ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਜਾਂ ਬਿਜ਼ਨਸ ਪਰਪਸ ਵਾਸਤੇ ਆਉਂਦੇ ਨੇ, ਤੇ ਦਿੱਲੀ ਆਏ ਤੇ ਪੰਜਾਬ ਆ ਗਏ ਜਾਂ ਬੰਬੇ ਚਲੇ ਗਏ। ਉਹਨਾਂ ਨੂੰ ਗੁਰੂ ਸਥਾਨਾਂ ਨਾਲ ਪ੍ਰਾਈਮਰੀਲੀ ਮਤਲਬ ਹੈਗਾ, ਪੰਜਾਬ ਦੀ ਪੋਲੀਟਿਕਸ ਨਾਲ ਕੋਈ ਖਾਸ ਹੋ ਨਹੀਂ ਰਿਹਾ। ਉਹ ਡਿਸਕਸ਼ਨ ਜ਼ਰੂਰ ਕਰਦੇ ਨੇ ਕਿ ਗਲਤ ਹੋ ਰਿਹਾ ਕਿ ਸਹੀ ਹੋ ਰਿਹਾ, ਬਟ ਦੇ ਆਰ ਨਾਟ ਮੱਚ ਇੰਟਰਸਟਡ ਕਿ ਉੱਥੇ ਕੀ ਹੋ ਰਿਹਾ। ਹੋਰ ਕਲਚਰ ਵਾਈਜ਼ ਵੀ ਬਹੁਤ ਕੁਝ ਡਿਫਰੈਂਸ ਹੈਗਾ। ਪਹਿਲਾਂ ਪੰਜਾਬ ਦਾ ਕਲਚਰ ਸੀਗਾ, ਜਦੋਂ ਉੱਥੋਂ ਸਿੰਘ ਆਏ, ਜਮਸ਼ੇਦਪੁਰ ਵੀ ਜਿਵੇਂ 30-32 ਹਜ਼ਾਰ ਬੰਦਾ ਹੈਗਾ, ਪ੍ਰਾਈਮਰੀਲੀ ਉੱਥੇ ਬੰਦੇ 2 ਜਗ੍ਹਾ ਤੋਂ ਆਏ ਸਨ, ਲਹਿੰਦੇ ਪੰਜਾਬ ਤੋਂ, ਗੁਜਰਾਂਵਾਲਾ, ਸਰਗੋਦਾ, ਗੁਜਰਾਤ, ਰਾਵਲਪਿੰਡੀ, ਇਹ ਡਿਸਟ੍ਰਿਕਟਸ ਤੋਂ ਬੰਦੇ ਮਾਈਗ੍ਰੇਟ ਹੋਏ ਸਨ। ਤੇ ਬਾਕੀ ਜਿਹੜਾ ਬੰਦਾ ਆਇਆ ਉਹ ਸਿੰਘ ਆਇਆ ਜਿਹਨੇ ਟਾਟਾ 'ਚ ਨੌਕਰੀ ਕੀਤੀ ਹੈ, ਉਹ ਚੜ੍ਹਦੇ ਪੰਜਾਬ ਤੋਂ ਸੀਗਾ, ਜਿਸ 'ਚ ਬਹੁਤ ਤਬਕਾ ਰਾਮਗੜੀਆ ਸਿੱਖਾਂ ਦਾ ਸੀਗਾ ਜਾਂ ਜੱਟ ਸਿੱਖਾਂ ਦਾ ਸੀਗਾ। ਤੇ ਉਹ ਆਏ ਨੇ ਤੇ ਉਹ ਸੈਟਲ ਹੋਏ ਨੇ, ਜਿਨ੍ਹਾਂ ਦਾ ਤੇ ਪਿੱਛੇ ਰੂਟਸ ਨਾਲ ਲਿੰਕ ਹੈਗਾ, ਉਹ ਅਜੇ ਵੀ ਉਹਨਾਂ ਦਾ ਹੈਗਾ, ਬਟ ਅਦਰਵਾਈਜ਼ ਉਹ ਪੰਜਾਬ ਨਾਲ ਉਸ ਤਰੀਕੇ ਨਾਲ ਲਿੰਕ ਨਹੀਂ ਕਰ ਰਹੇ ਪੋਲੀਟੀਕਲੀ। ਉੱਥੇ ਪੋਲੀਟੀਕਲੀ ਸਿੱਖਾਂ ਨੇ ਕੀ ਕੀਤਾ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਬੀਜੇਪੀ ਨਾਲ, ਕਾਂਗਰਸ ਨਾਲ ਜਾਂ ਲੋਕਲ ਪਾਰਟੀਆਂ ਨਾਲ ਅਲਾਈਨ ਕਰ ਲਿਆ ਤਾਂ ਕਿ ਉਹਨਾਂ ਦੀ ਆਵਾਜ਼ ਚੱਲਦੀ ਰਹੇ ਤੇ ਉਹਨਾਂ ਦੀ ਆਪਣੇ ਕੰਮ ਚੱਲਦੇ ਰਹਿਣ। ਦੈਟ ਵੇਜ਼ ਦੇ ਆਰ ਬੈਟਰ। ਉਹਨਾਂ ਵਿੱਚ ਵੀ ਅੱਛੇ ਬੰਦੇ ਹੈਗੇ ਨੇ, ਕੁਝ ਬੰਦੇ ਜੋ ਪੋਲੀਟੀਕਲ ਨਿਜ਼ਾਮ ਹੈਗਾ ਇੰਡੀਆ ਦਾ ਉਸ ਤਰੀਕੇ ਨਾਲ ਹੀ ਉਹ ਚੱਲ ਰਿਹਾ। ਜਿਹੜਾ ਇੱਕ ਇੰਪੋਰਟੈਂਟ ਪੱਖ ਹੈਗਾ ਜੋ
ਇਸ ਵੇਲੇ ਹੋਰ ਸਾਨੂੰ ਵਿਚਾਰਨਾ ਚਾਹੀਦਾ ਕਿ ਬਹੁਤ ਜ਼ਿਆਦਾ ਫੈਕਟਰ ਆਰਐਸਐਸ ਦਾ ਵੀ ਨਹੀਂ ਹੈ, ਬਹੁਤ ਜ਼ਿਆਦਾ ਫੈਕਟਰ ਇਸ ਵੇਲੇ ਕਾਰਪੋਰੇਟ ਵਰਲਡ ਕਰਕੇ ਹੋ ਗਿਆ ਹੈ। ਕਿਉਂਕਿ ਜਿਹੜੀ ਹੁਣ ਸਾਡੀ ਲੜਾਈ ਸਿਰਫ ਪੇਪਰ ਨਾਲ ਜਾਂ ਵੈਸਟ ਨਾਲ ਜਾਂ ਆਰਐਸਐਸ ਨਾਲ ਨਹੀਂ ਹੈਗੀ ਹੈ। ਕਾਰਪੋਰੇਟ ਵਰਲਡ ਨੇ ਆਪਣੇ ਬਿਜ਼ਨਸ ਕਰਕੇ ਬਹੁਤ ਸਾਰੀਆਂ ਤੁਹਾਡੀਆਂ ਰਵਾਇਤਾਂ, ਤੁਹਾਡੇ ਕਲਚਰ, ਤੁਹਾਡੇ ਫੈਸਟੀਵਲਸ ਚੇਂਜ ਕਰ ਦਿੱਤੇ ਨੇ। ਇੱਕ ਰੀਸੈਂਟ ਐਗਜ਼ਾਮਪਲ ਦਿੰਦਾ, ਜਿਵੇਂ ਕ੍ਰਿਸਮਸ ਹੈਗਾ। ਕ੍ਰਿਸਮਸ ਜਦੋਂ ਤੱਕ ਮੈਂ ਸਕੂਲਿੰਗ ਕੀਤੀ ਹੈ 98 2000 ਤੱਕ, ਸਾਨੂੰ ਕੋਈ ਮਤਲਬ ਨਹੀਂ ਹੁੰਦਾ ਸੀਗਾ ਬੀਇੰਗ ਇਨ ਕ੍ਰਿਸਚੀਅਨ ਸਕੂਲ। ਸਾਨੂੰ ਇੰਨਾ ਹੁੰਦਾ ਸੀਗਾ ਕਿ ਸਾਨੂੰ 15 ਦਿਨ ਦੀਆਂ ਛੁੱਟੀਆਂ ਮਿਲ ਗਈਆਂ ਨੇ, 20 ਦਸੰਬਰ ਤੋਂ ਲੈ ਕੇ 5 ਜਨਵਰੀ ਤੱਕ, ਅਤੇ ਆਪਾਂ ਛੁੱਟੀ ਮਨਾਉਣੀ ਹੈ। ਉਸ 'ਚ ਕੈਂਪ ਲੱਗਦੇ ਸਨ ਜਾਂ ਜੋ ਵੀ ਹੋਰ ਘਰਾਂ ਦੀ ਐਕਟੀਵਿਟੀਜ਼ ਹੁੰਦੀਆਂ ਸਨ। ਮਾਰਕੀਟ ਵਿੱਚ ਕੋਈ ਇੰਟਰਸਟ ਨਹੀਂ ਸੀਗਾ, ਨਾ ਪਾਰਟੀਜ਼ ਦਾ ਸੀਗਾ, ਨਾ ਕੇਕਸ ਦਾ ਸੀਗਾ, ਨਾ ਬਿਸਕਿਟ ਦਾ ਸੀਗਾ, ਕਿਸੇ ਚੀਜ਼ ਦਾ ਨਹੀਂ ਸੀਗਾ। ਪਰ ਪਿਛਲੇ 2003-4 ਤੋਂ ਬਾਅਦ ਜਦੋਂ ਤੋਂ ਆਈਟੀ ਸੈਕਟਰ ਨੇ ਫਲੋਰਿਸ਼ ਕੀਤਾ, ਐਮਐਨਸੀਜ਼ ਆਈਆਂ ਨੇ, ਅਤੇ ਜਦੋਂ ਤੋਂ ਸਾਨੂੰ ਜੌਬਸ ਮਿਲੀਆਂ ਨੇ, ਅਸੀਂ ਉਹ ਪਾਰਟੀ ਕਲਚਰ ਵਿੱਚ ਗਏ ਹਾਂ ਅਤੇ ਉਸ ਨੇ ਸਾਨੂੰ ਆਲਮੋਸਟ ਖਤਮ ਕੀਤਾ ਹੈ। ਅਤੇ ਇਹ ਬਹੁਤ ਵੱਡੀ ਪ੍ਰੋਬਲਮ ਹੈ ਜਿਹੜਾ ਮੈਟਰੋਜ਼ ਵਿੱਚ ਹਰ ਤਬਕਾ ਫੇਸ ਕਰ ਰਿਹਾ। ਇਹ ਨਹੀਂ ਕਿ ਸਿਰਫ ਸਿੱਖ ਫੇਸ ਕਰ ਰਹੇ ਨੇ, ਇਹ ਹਰ ਤਬਕਾ ਫੇਸ ਕਰ ਰਿਹਾ ਹੈ, ਕਿਉਂਕਿ ਉਹਨਾਂ ਨੇ ਆਪਣਾ ਸਾਰਾ ਕਲਚਰ ਡਿਸਟਰੋਏ ਕਰ ਲਿਆ ਹੈ। ਹੁਣ ਜੋ ਕਲਚਰ ਬਚਿਆ ਉਹ ਇਹੀ ਬਚਿਆ ਹੈ, ਜੇ ਮੇਰੇ ਘਰ ਕੋਈ ਡੈਥ ਹੋ ਗਈ ਹੈ ਜਾਂ ਕੋਈ ਪ੍ਰੋਗਰਾਮ ਹੈਗਾ ਅਤੇ ਪੰਡਿਤ ਨੇ ਆਉਣਾ ਹੈ ਅਤੇ ਆਪਣੀ ਕਾਰਵਾਈ ਕਰਨੀ ਹੈ। ਅਤੇ ਪੰਡਿਤ ਵੀ ਇੰਨੇ ਸਮਾਰਟ ਹੋ ਗਏ ਨੇ ਕਿ ਜਿਹੜਾ ਕੰਮ ਰਾਂਚੀ ਵਿੱਚ 4000 ਦਾ ਹੁੰਦਾ ਉਹ ਦਿੱਲੀ ਵਿੱਚ 40000 ਦਾ ਹੁੰਦਾ। ਅਤੇ ਕਿਉਂਕਿ ਉਹਨਾਂ ਨੇ ਵੀ ਆਪਣਾ ਬਿਜ਼ਨਸ ਪੂਰਾ ਪੱਕਾ ਕਰ ਲਿਆ। ਔਰ ਪਿੱਛੇ ਮੇਰੇ ਇੱਕ ਫਰੈਂਡ ਦੀ ਗੁੜਗਾਉਂ ਡੈਥ ਹੋਈ ਹੈ, ਅਤੇ ਉਸ ਦਾ ਵੀ ਇਹ ਸਮਝ ਲਓ ਕਿ 2-2.5 ਲੱਖ ਰੁਪਇਆ ਚਲਾ ਗਿਆ। ਅਤੇ ਉਹ ਪ੍ਰੋਬਲਮ ਫੇਸ ਕਰ ਰਹੇ ਨੇ। ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਫਿਲੋਸਫੀ ਨੂੰ ਲੈ ਕੇ ਆਪਾਂ ਕੰਮ ਕਰ ਸਕੀਏ ਤਾਂ ਬਹੁਤ ਸਕੋਪ ਹੈਗਾ। ਲੈਂਡ ਪੂਰੀ ਖਾਲੀ ਹੈ। ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਸੈਲਫ ਬਿਲਡਿੰਗ ਜਿਹੜੀ ਹੈਗੀ ਹੈ ਉਹ ਬਹੁਤ ਜ਼ਰੂਰੀ ਹੈਗੀ ਹੈ। ਅਤੇ ਇੱਕ ਮੇਰੀ ਬੇਨਤੀ ਹੈ ਕਿ ਜਿਹੜਾ ਸਿਕਲੀਗਰ ਸਿੱਖ ਹੈ ਜਾਂ ਵਣਜਾਰਾ ਸਿੱਖ ਹੈ, ਉਹਨਾਂ ਨਾਲ ਵੀ ਕੰਮ ਕਰਨ ਦੀ ਲੋੜ ਹੈ, ਪਰ ਉਹਨਾਂ ਨੂੰ ਅਸੀਂ ਆਪਣੇ ਨਾਲ ਨਾ ਜੋੜ ਕੇ ਫੋਕਸ ਹੋ ਕੇ ਵੱਖਰੇ ਕੰਮ ਕਰੀਏ, ਕਿਉਂਕਿ ਉਹਨਾਂ ਨੂੰ ਵੀ ਵੈਸਟ ਐਜੂਕੇਸ਼ਨ ਦੇ ਵਿੱਚ ਲਿਆਇਆ ਜਾ ਰਿਹਾ, ਜਿਸ ਨੇ ਇੰਪੈਕਟ ਕਰਨਾ ਹੈਗਾ ਅੱਗੇ, ਜਿਸ ਨਾਲ ਉਹਨਾਂ ਦਾ ਕਲਚਰ, ਉਹਨਾਂ ਦਾ ਸਿਸਟਮ ਸਾਰਾ ਡਿਸਟਰੋਏ ਹੋਏਗਾ। ਮੇਰੀ ਡਿਸਕਸ਼ਨਸ ਹੋਈ ਹੈ, ਮੈਂ ਇਸ ਵੇਲੇ ਕੰਮ ਕਰ ਰਿਹਾ ਉਹਨਾਂ ਦੇ ਵਿਚਕਾਰ, ਅਤੇ ਮੇਰਾ ਫੋਕਸ ਇਸ ਵੇਲੇ ਅਗਲੇ 6 ਮਹੀਨੇ ਜਾਂ ਸਾਲ ਉੱਧਰ ਹੀ ਹੈਗਾ। ਬਾਕੀ ਜਿਵੇਂ ਪਾਤਸ਼ਾਹ ਕਿਰਪਾ ਕਰਨ, ਅੱਗੇ ਜੇ ਕੋਈ ਹੋਰ ਪੁਆਇੰਟ ਆਉਣਗੇ ਤਾਂ ਫਿਰ ਮੈਂ ਬੇਨਤੀ ਹੋਰ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।